ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਾਗਦੀ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਹਾਜ਼ਰੀ ਭਰ ਰਹੀ ਗੁਰੂ ਖਾਲਸਾ ਸਵਾਰੀ ਸਤ ਸੰਗਤ, ਆਓ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਤ ਸਾਧ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੁਰਗੱਦੀ ਦੇ ਪੁਰਬ ਦੇ ਸੰਬੰਧ ਵਿੱਚ ਜੁੜ ਬੈਠੇ ਹੋ। ਆਓ ਸੰਖੇਪ ਵਿਚਾਰ ਆਪ ਜੀ ਪਿਆਰ ਸਤਿਕਾਰ ਨਾਲ ਸਰਵਣ ਕਰੋ, ਤਾਂ ਕਿ ਸਤਿਗੁਰਾਂ ਦਾ ਬਚਨ ਪਾਵਨ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ। ਸਾਡਾ ਜੀਵਨ ਧਰਮ ਦੇ ਸੱਚੇ ਤੇ ਸੁੱਚੇ ਮਾਰਗ ਤੇ ਚੱਲ ਪਵੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਸ ਸਮੇਂ ਉਹਨਾਂ ਨੇ ਆਪਣਾ ਸੱਚਖੰਡ ਜਾਣ ਦਾ ਸਮਾਂ ਨੇੜੇ ਆਇਆ, ਦੇਖਿਆ, ਉਹਨਾਂ ਨੇ ਆਪਣੇ ਮਹਿਲ ਸਾਹਿਬ ਦੇਵਾਂ ਜੀ ਨੂੰ ਦਿੱਲੀ ਮਾਤਾ ਸੁੰਦਰੀ ਜੀ ਪਾਸ ਭੇਜਣ ਦੀ ਸਲਾਹ ਦਿੱਤੀ। ਭਾਈ ਰਾਮ ਕੌਰ ਜੀ ਉਹਨਾਂ ਦੀ ਮਾਤਾ, ਜਿਹੜੀ ਉਹਨਾਂ ਦੇ ਮਗਰ ਹੀ ਨਦੇੜ ਆ ਗਈ ਸੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੇਰਾ ਇਹ ਇੱਕੋ ਇੱਕ ਪੁੱਤਰ ਹੈ, ਕਿਰਪਾ ਕਰਕੇ ਇਸ ਨੂੰ ਮੇਰੇ ਨਾਲ ਘਰ ਭੇਜ ਦਿਓ। ਸਤਿਗੁਰਾਂ ਨੇ ਬਚਨ ਕੀਤਾ ਕਿ ਤੁਹਾਡੀ ਮਾਤਾ ਤੁਹਾਨੂੰ ਲੈਣ ਆਈ ਹੈ, ਇਹਨਾਂ ਦੇ ਨਾਲ ਤੁਸੀਂ ਘਰ ਚਲੇ ਜਾਓ। ਭਾਈ ਰਾਮ ਕੌਰ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਇਹ ਨਿਯਤ ਕੀਤਾ ਹੋਇਆ ਹੈ ਕਿ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਕਦੇ ਵੀ ਭੋਜਨ ਨਹੀਂ ਖਾਣਾ। ਹੁਣ ਮੈਂ ਆਪ ਜੀ ਪਾਸੋਂ ਜੇ ਚਲਿਆ ਗਿਆ ਤਾਂ ਫਿਰ ਮੇਰਾ ਇਹ ਜੋ ਨਿਯਮ ਹੈ ਕਿਸ ਤਰ੍ਹਾਂ ਨਿਭੇਗਾ। ਸੋ ਸਤਿਗੁਰੂ ਜੀ ਪ੍ਰਸੰਨ ਹੋਏ, ਬਚਨ ਕੀਤਾ ਕਿ ਜਦ ਤੁਸੀਂ ਬਾਹਰ ਸ਼ਿਕਾਰ ਖੇਡਣ ਜਾਇਆ ਕਰੋਗੇ, ਉਸ ਸਮੇਂ ਸਾਡਾ ਤੁਹਾਨੂੰ ਪ੍ਰਤੱਖ ਦਰਸ਼ਨ ਹੋ ਜਾਇਆ ਕਰੇਗਾ। ਜਦ ਤੁਸੀਂ ਸਾਡਾ ਦਰਸ਼ਨ ਕਰਨਾ ਚਾਹੋ ਤੇ ਬਾਹਰ ਸ਼ਿਕਾਰ ਖੇਡਣ ਚਲੇ ਜਾਣਾ। ਇਸ ਤਰ੍ਹਾਂ ਹੁਕਮ ਮੰਨ ਕੇ ਭਾਈ ਰਾਮ ਕੌਰ ਜੀ ਆਪਣੀ ਮਾਤਾ ਨਾਲ ਪੰਜਾਬ ਜਾਣ ਨੂੰ ਤਿਆਰ ਹੋ ਗਏ। ਗੁਰੂ ਜੀ ਨੇ ਸਾਹਿਬ ਦੇਵਾਂ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਵੀ ਇਹਨਾਂ ਦੇ ਨਾਲ ਦਿੱਲੀ ਚਲੇ ਜਾਓ ਤੇ ਸ੍ਰੀ ਸੁੰਦਰੀ ਜੀ ਪਾਸ ਰਹਿਣਾ। ਉੱਥੇ ਸਾਰੀ ਸਤ ਸੰਗਤ ਤੁਹਾਡੀ ਦੋਹਾਂ ਦੀ ਸਾਡਾ ਰੂਪ ਜਾਣ ਕੇ ਸੇਵਾ ਕਰੇਗੀ। ਤੇ ਸ੍ਰੀ ਸਾਹਿਬ ਦੇਵਾਂ ਨੇ ਹੁਣ ਬੇਨਤੀ ਕੀਤੀ ਕਿ ਮਹਾਰਾਜ ਜੀ, ਮੇਰਾ ਵੀ ਇਹ ਨੇਮ ਹੈ ਕਿ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਮੈਂ ਅੰਨ ਜਲ ਨਹੀਂ ਛਕਦੀ। ਤੁਹਾਡੇ ਤੋਂ ਵਿਛੜ ਕੇ ਮੇਰਾ ਇਹ ਨੇਮ ਕਿਸ ਤਰ੍ਹਾਂ ਪੂਰਾ ਹੋਵੇਗਾ।
ਤਾਂ ਸਤਿਗੁਰਾਂ ਨੇ ਬਚਨ ਕੀਤਾ, ਤੁਸੀਂ ਆ ਸਾਡੇ ਕੋਲੋਂ 5 ਸ਼ਸਤਰ ਲੈ ਜਾਓ, ਇਹਨਾਂ ਨੂੰ ਅਦਬ ਸਤਕਾਰ ਦੇ ਨਾਲ ਰੱਖਣਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਡਾ ਧਿਆਨ ਧਰ ਕੇ ਜਦ ਤੁਸੀਂ ਇਹਨਾਂ ਦੇ ਦਰਸ਼ਨ ਕਰੋਗੇ ਤੇ ਸਾਡਾ ਦਰਸ਼ਨ ਹੋ ਜਾਇਆ ਕਰੇਗਾ। ਇਸ ਤਰ੍ਹਾਂ ਤੁਹਾਡਾ ਨੇਮ ਨਿਭ ਜਾਏਗਾ। ਸਤਿਗੁਰਾਂ ਨੇ ਇਸ ਤਰ੍ਹਾਂ ਨਿਸ਼ਚਾ ਕਰਵਾ ਕੇ ਮਾਤਾ ਜੀ ਨੂੰ ਭਾਈ ਰਾਮ ਕੌਰ ਉਹਨਾਂ ਦੀ ਮਾਤਾ ਦੇ ਨਾਲ ਕੁਝ ਸੇਵਾਦਾਰ ਦੇ ਕੇ ਦਿੱਲੀ ਭੇਜ ਦਿੱਤਾ। ਮਾਤਾ ਜੀ ਦਿੱਲੀ ਪਹੁੰਚ ਕੇ ਮਾਤਾ ਸੁੰਦਰੀ ਜੀ ਪਾਸ ਉੱਥੇ ਹੀ ਟਿਕ ਗਏ। ਭਾਈ ਆਪਣੇ ਪਿੰਡ ਰਮਦਾਸ ਚਲੇ ਗਏ। ਰੋਜ਼ ਸ਼ਿਕਾਰ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਲੱਗੇ ਤੇ ਬਾਅਦ ਵਿੱਚ ਹੀ ਭੋਜਨ ਛਕਿਆ ਕਰਦੇ ਸਨ। ਹੁਣ ਮਾਤਾ ਸਾਹਿਬ ਦੇਵਾਂ ਜੀ ਰੋਜ਼ ਹੀ ਗੁਰੂ ਜੀ ਦੀ ਆਗਿਆ ਅਨੁਸਾਰ ਇਸ਼ਨਾਨ ਕਰਕੇ ਸ਼ਸਤਰਾਂ ਨੂੰ ਧੂਪ ਪੁਸ਼ਪ ਦੇ ਨਾਲ ਸ਼ਰਧਾ ਨਾਲ ਪੂਜਾ ਕਰਨੀ ਤੇ ਗੁਰੂ ਜੀ ਦੇ ਮੁਖਾਰ ਬੰਦਾ ਧਿਆਨ ਕਰਕੇ ਸ਼ਸਤਰਾਂ ਜਦੋਂ ਕਪੜਾ ਚੁੱਕ ਕੇ ਦੇਖਣਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਣੇ। ਉਸ ਤੋਂ ਬਾਅਦ ਮਾਤਾ ਜੀ ਪ੍ਰਸ਼ਾਦ ਛਕ ਲਿਆ ਕਰਦੇ ਸਨ। ਮਾਤਾ ਜੀ ਦੇ ਇਹ 5 ਸ਼ਸਤਰ ਗੁਰਦੁਆਰਾ ਰਕਾਬਗੰਜ ਵਿੱਚ ਰੱਖੇ ਹੋਏ ਹਨ। ਭਾਈ ਰਾਮ ਕੌਰ ਜੀ ਦਾ ਦੇਹਾਂਤ ਸੰਮਤ 1818 ਵਿੱਚ ਪਿੰਡ ਰਮਦਾਸ ਹੋਇਆ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਅੰਮ੍ਰਿਤ ਛਕ ਕੇ ਨਾਮ ਗੁਰਬਖਸ਼ ਸਿੰਘ ਰੱਖਿਆ। ਜਦ ਸੰਮਤ 1765 ਵਿੱਚ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਬਾਬਾ ਜੀ ਨੇ 10 ਪਾਤਸ਼ਾਹੀਆਂ ਦੇ ਜੀਵਨ ਕਥਾ ਖਾਲਸੇ ਜੀ ਨੂੰ ਸੁਣਾਈ, ਜਿਸ ਨੂੰ ਭਾਈ ਸਾਹਿਬ ਸਿੰਘ ਜੀ ਲੇਖਾਰੀ ਨੇ ਲਿਖਿਆ, ਪੰਥ ਵਿੱਚ ਬਹੁਤ ਪ੍ਰਚਲਿਤ ਕੀਤਾ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਸਤਿਗੁਰਾਂ ਦੇ 2 ਵੇਲੇ ਦੀਵਾਨ ਸਜਿਆ ਕਰਦੇ ਸਨ। ਜਿਸ ਦੀਵਾਨ ਦੇ ਵਿੱਚ ਅਨੇਕਾਂ ਹੀ ਦਰਸ਼ਨ ਅਭਿਲਾਸ਼ੀ ਆਣ ਕਰਕੇ ਸਤਿਗੁਰਾਂ ਦੇ ਚਰਨਾਂ ਤੋਂ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ, ਔਰ ਇਹਨਾਂ ਵਿੱਚ ਕਈ ਸ਼ਰਧਾਲੂ ਮੁਸਲਮਾਨ ਵੀ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆ ਜਾਇਆ ਕਰਦੇ ਸਨ। ਕੁਝ ਸਮਾਂ ਹੋਰ ਬੀਤਿਆ। ਕਹਿੰਦੇ ਨੇ 2 ਗੱਭਰੂ ਪਠਾਨ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਆਪ ਜੀ ਦੇ ਰੋਜ਼ ਬਚਨ ਸੁਣਦੇ। ਇੱਕ ਦਿਨ ਸੰਧਿਆ ਸਮੇਂ ਜਦ ਗੁਰੂ ਸਾਹਿਬ ਜੀ ਆਪਣੇ ਤੰਬੂ ਵਿੱਚ ਇਕੱਲੇ ਹੀ ਵਿਸਰਾਮ ਕਰ ਰਹੇ ਸਨ ਤੇ ਕਹਿੰਦੇ ਨੇ ਇਹਨਾਂ ਵਿੱਚੋਂ ਇੱਕ ਗੁੱਲ ਖਾਂ ਨੇ ਸਮਾਂ ਤਾੜ ਕੇ ਆਪ ਜੀ ਦੇ ਪੇਟ ਵਿੱਚ ਕਟਾਰ ਦੇ 2 ਵਾਰ ਕਰ ਦਿੱਤੇ। ਸਤਿਗੁਰਾਂ ਨੇ ਤਤ ਛਿਣ ਹੀ ਗੁਰੂ ਜੀ ਨੇ ਆਪਣੇ ਆਪ ਨੂੰ ਸੰਭਾਲ ਕਰਕੇ ਆਪਣੀ ਕਿਰਪਾਨ ਦੇ ਨਾਲ ਇੱਕੋ ਵਾਰ ਨਾਲ ਹੀ ਗੁੱਲ ਖਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਕਹਿੰਦੇ ਇਸ ਤਰ੍ਹਾਂ ਰੌਲਾ ਪੈ ਗਿਆ। ਗੁੱਲ ਖਾਂ ਦਾ ਜਿਹੜਾ ਹੁਣ ਸਾਥੀ ਸੀ ਜੁਸਤਮ ਖਾਂ, ਇੱਕ ਸਿੰਘ ਨੇ ਤੰਬੂ ਤੋਂ ਬਾਹਰ ਭੱਜੇ ਜਾਂਦੇ ਨੂੰ ਉਸ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦੋਵੇਂ ਦੁਸ਼ਟ ਮਰ ਕੇ ਘੋਰ ਨਰਕਾਂ ਨੂੰ ਚਲੇ ਗਏ। ਜਦ ਸਿੰਘਾਂ ਨੇ ਸਤਿਗੁਰਾਂ ਜੀ ਦੇ ਜ਼ਖਮ ਦੇਖੇ ਤੇ ਬਹੁਤ ਘਬਰਾ ਗਏ, ਪਰ ਆਪ ਜੀ ਨੇ ਸਿੰਘਾਂ ਨੂੰ ਹੌਸਲਾ ਦਿੱਤਾ ਤੇ ਬਚਨ ਕੀਤਾ, ਕੋਈ ਚਿੰਤਾ ਨਾ ਕਰੋ, ਅਕਾਲ ਪੁਰਖ ਦਾ ਜੋ ਭਾਣਾ ਹੈ ਸਦਾ ਅਟਲ ਹੈ, ਇਹ ਟਲ ਨਹੀਂ ਸਕਦਾ। ਸਿੰਘਾਂ ਨੇ ਆਪ ਜੀ ਦੇ ਜ਼ਖਮਾਂ ਨੂੰ ਟਾਂਕੇ ਲਗਵਾਏ, ਮਰਮ ਪੱਟੀ ਕਰਵਾ ਦਿੱਤੀ ਤੇ ਹਕੀਮ ਨੇ ਕਹਿੰਦੇ ਨੇ ਆਪ ਸਤਿਗੁਰਾਂ ਨੂੰ ਆਰਾਮ ਕਰਨ ਵਾਸਤੇ ਕਿਹਾ ਕਿ ਆਪ ਜੀ ਕੁਝ ਸਮਾਂ ਵਿਸਰਾਮ ਕਰੋ, ਜ਼ਖਮ ਛੇਤੀ ਰਾਜੀ ਹੋ ਜਾਣਗੇ।
ਹੁਣ ਇਸ ਤਰ੍ਹਾਂ ਕੁਝ ਦਿਨ ਬੀਤਦੇ ਗਏ। ਸਿੰਘ ਰੋਜ਼ ਹੀ ਕੜਾਹ ਪ੍ਰਸ਼ਾਦ ਦੀ ਦੇ ਕਰਕੇ ਉਸ ਅਕਾਲ ਪੁਰਖ ਅੱਗੇ ਆਪ ਜੀ ਦੀ ਆਰੋਗਤਾ ਵਾਸਤੇ ਅਰਦਾਸਾਂ ਕਰਦੇ, ਬਾਣੀ ਦਾ ਪਾਠ ਕਰਕੇ ਸਤਿਗੁਰਾਂ ਦੇ ਚਰਨ ਛਣ ਵਿੱਚ ਬੈਠ ਜਾਂਦੇ। ਇਸ ਤਰ੍ਹਾਂ ਕੁਝ ਸਮਾਂ ਸਤਿਗੁਰਾਂ ਦੇ ਜ਼ਖਮ ਤੇ ਮਰਮ ਪੱਟੀ ਤੇ ਦਵਾਈ ਕੀਤੀ ਗਈ ਅਤੇ ਸਿੰਘਾਂ ਨੇ ਬੇਬਲ ਹੋ ਕੇ ਫਿਰ ਦੁਬਾਰਾ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ, ਆਪ ਸਾਨੂੰ ਕਿਸ ਦੇ ਲੜ ਲਾ ਕੇ ਸੱਚਖੰਡ ਦੀ ਤਿਆਰੀ ਕਰ ਰਹੇ ਹੋ। ਸਤਿਗੁਰੂ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਰਹਿਮ ਕਰੋ ਮਹਾਰਾਜ ਜੀ। ਸਾਡੀਆਂ ਫਰਿਆਦਾਂ ਕੌਣ ਸੁਣੇਗਾ? ਮੁਕਤ ਭੁਗਤ ਦਾ ਉਪਦੇਸ਼ ਸਾਨੂੰ ਕੌਣ ਦੇਵੇਗਾ? ਸਿੰਘਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਇਸ ਤਰ੍ਹਾਂ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ। ਸਿੰਘਾਂ ਨੇ ਸਤਿਗੁਰਾਂ ਦੀ ਬੇਨਤੀ ਪ੍ਰਵਾਨ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉੱਚੀ ਜਗ੍ਹਾ ਪ੍ਰਕਾਸ਼ ਕੀਤਾ। ਪੰਜ ਸਿੰਘ ਤਿਆਰ ਬਰ ਤਿਆਰ ਕਰਕੇ ਹਾਜ਼ੂਰੀ ਵਿੱਚ ਖੜੇ ਕਰਕੇ ਆਪ ਜੀ ਨੇ 3 ਪਰਿਕਰਮਾ ਕਰਕੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਅਤੇ ਬਚਨ ਕੀਤਾ ਕਿ ਅੱਜ ਤੋਂ ਦੇਹਧਾਰੀ ਦਾ ਗੁਰੂ ਦਾ ਜਿਹੜਾ ਸਿਲਸਿਲਾ ਹੈ ਉਹ ਬੰਦ ਕਰਕੇ ਆਪ ਜੀ ਨੇ ਇਸ ਬਾਣੀ ਨੂੰ ਜੋ ਆਤਮਾ ਨੂੰ ਪ੍ਰਕਾਸ਼ ਕਰਨ ਵਾਲੀ ਹੈ, ਗੁਰੂ ਸਾਹਿਬਾਂ ਨੇ ਸਾਰੀ ਸਾਧ ਸੰਗਤ ਨੂੰ ਇਹਦੇ ਲੜ ਲਾਇਆ ਔਰ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਬਾਣੀ ਹੈ ਮਹਾਂਪੁਰਖਾਂ ਦੀ, ਭਗਤਾਂ ਦੀ, ਗੁਰੂਆਂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਉੱਤੇ ਇਹ ਸਥਾਪਨ ਹੈ। ਸਾਡੇ ਪਿੱਛੋਂ ਇਹ ਗੁਰੂ ਜੁਗੋ ਜੁਗ ਅਟਲ ਰਹੇਗਾ। ਇਸ ਗੁਰਬਾਣੀ ਦੀ ਹਜ਼ੂਰੀ ਵਿੱਚ 5 ਪਿਆਰੇ ਜੋ ਹੁਕਮ ਕਰਨਗੇ ਉਸ ਨੂੰ ਖਾਲਸਾ ਗੁਰੂ ਦਾ ਹੁਕਮ ਮੰਨ ਕੇ ਪ੍ਰਵਾਨ ਕਰੇਗੀ ਔਰ ਜਿਸਨੇ ਸਾਡੇ 5 ਭੂਤਕ ਸਰੀਰ ਦੇ ਦਰਸ਼ਨ ਕਰਨੇ ਹੋਣ ਉਹ ਸਾਡੇ ਖਾਲਸੇ ਦਾ ਦਰਸ਼ਨ ਕਰੇ। ਜਿਸਨੇ ਸਾਡੇ ਆਤਮ ਦਰਸ਼ਨ ਕਰਨੇ ਹੋਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਨ, ਪਾਠ ਕਰਨ। ਆਪ ਜੀ ਦੇ ਬਚਨ, ਆਪ ਜੀ ਨੇ ਫਰਮਾਇਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਗੁਰੂ ਸ਼ਬਦ ਰੂਪ ਹੈ, ਸ਼ਬਦ ਹੀ ਗੁਰੂ ਹੈ। ਸਤਿਗੁਰਾਂ ਨੇ ਕੱਤਕ ਸੁਦੀ ਦੂਜ ਸੰਮਤ 1765 ਵਾਲੇ ਦਿਨ ਆਪ ਜੀ ਨੇ ਖਾਲਸਾ ਪੰਥ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਕਰਕੇ ਇਹ ਉਪਰੋਕਤ ਸਤਿਗੁਰਾਂ ਨੇ ਬਚਨ ਕੀਤੇ ਸਨ। ਉਸ ਤੋਂ ਬਾਅਦ ਹੀ ਆਪ ਜੋਤੀ ਜੋਤ ਸਮਾਏ। ਆਪ ਸਰਬਤ ਸਾਧ ਸੰਗਤ ਨੂੰ, ਸਾਰੀ ਖਲਕਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੜ ਲਾਇਆ ਹੈ। ਸੋ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਕੇ ਅਸੀਂ ਸਾਰੀਆਂ ਦਾਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਕਰ ਸਕਦੇ ਹਾਂ। ਭਰੋਸਾ ਚਾਹੀਦਾ ਹੈ, ਗੁਰੂ ਤੇ ਸ਼ਰਧਾ ਚਾਹੀਦੀ ਹੈ। ਸੋ ਮਹਾਰਾਜ ਜੀ ਕਿਰਪਾ ਕਰਨ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। ਸਾਨੂੰ ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਸਤਿਗੁਰਾਂ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਸ਼ਰਧਾ ਰੱਖਣੀ ਚਾਹੀਦੀ ਹੈ। ਸਾਰੀਆਂ ਦਾਤਾਂ ਇਹ ਲੋਕ ਤੇ ਪਰਲੋਕ ਦੀਆਂ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਹੁੰਦੀਆਂ ਨੇ। ਸੋ ਆਪ ਜੀ ਨੇ ਪਿਆਰ ਸਤਿਕਾਰ ਨਾਲ ਸੰਖੇਪ ਵਿਚਾਰ ਕਥਾ ਸਰਵਣ ਕੀਤੀ ਹੈ। ਬਹੁਤ ਧੰਨਵਾਦ ਹੈ। ਹੋਈ ਭੁੱਲ ਚੁੱਕ ਦੀ ਖਿਮਾ। ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।